ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕੱਲ੍ਹ ਤੋਂ ਅਰਦਾਸ ਦੇ 6ਵੇਂ ਪਹਿਰੇ ਦੀ ਰਲ ਮਿਲ ਕਰਕੇ ਵਿਚਾਰ ਕੀਤੀ ਹੈ। ਕੱਲ੍ਹ ਆਪਾਂ ਵਿਚਾਰਿਆ ਸੀ ਕਿ ਜਿਹੜੀ ਸਿੱਖੀ ਹੈ ਉਹ ਨਿਮਰਤਾ, ਦ੍ਰਿੜਤਾ ਦੇ ਨਾਲ ਹੀ ਪ੍ਰਫੁੱਲਤ ਹੋ ਸਕਦੀ ਹੈ। ਜੇ ਜੀਵਨ ਦੇ ਅੰਦਰ ਨਿਮਰਤਾ ਨਹੀਂ ਹੈ ਤੇ ਸਿੱਖੀ ਜਿਹੜੀ ਹੈ ਉਹ ਹਿਰਦੇ ਦੇ ਅੰਦਰ ਪ੍ਰਫੁੱਲਤ ਨਹੀਂ ਹੋਵੇਗੀ। ਨਿਮਰਤਾ ਇੰਨੀ ਕੁ ਸਿੱਖ ਦੇ ਵਿੱਚ ਹੋਣੀ ਚਾਹੀਦੀ ਹੈ। ਇਤਿਹਾਸ ਦੇ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਅਸੀਂ ਸਾਰੇ ਹੀ ਜਾਣਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 6 ਪਾਤਸ਼ਾਹੀਆਂ ਨੂੰ 6ਵੇਂ ਪਾਤਸ਼ਾਹ ਤੱਕ ਉਹਨਾਂ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ। ਗੁਰੂ ਨਾਨਕ ਸਾਹਿਬ ਜੀ ਤੋਂ ਛੱਡ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੀ ਦਰਸ਼ਨ ਕੀਤੇ। ਆਦਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵੀ ਦਰਸ਼ਨ ਕੀਤੇ। 6ਵੇਂ ਪਾਤਸ਼ਾਹ ਜੀ ਦੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਅਕਾਲ ਚਲਾਣਾ ਕੀਤੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀ ਸਿੱਖੀ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਪੁੱਛਿਆ ਸੀ ਕਿ ਤੁਹਾਨੂੰ ਅਸੀਂ ਗੁਰਤਾ ਗੱਦੀ ਦੇ ਦਈਏ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ ਕਿ ਨਹੀਂ, ਮੈਨੂੰ ਆਪਣੇ ਦਰ ਦੀ ਸਿੱਖੀ ਦਿਓ, ਮੈਨੂੰ ਸਿੱਖੀ ਪਿਆਰੀ ਹੈ। ਗੁਰਤਾ ਗੱਦੀ ਦੇ ਜੋ ਯੋਗ ਹੈ, ਗੁਰਤਾ ਗੱਦੀ ਉਸ ਨੂੰ ਦਿਓ। ਇਹ ਇੱਕ ਨਿਮਰਤਾ ਦੀ ਨਿਸ਼ਾਨੀ ਹੈ। ਨਹੀਂ ਤਾਂ ਪੂਰੀ ਕੌਮ ਦੀ ਬਾਗਡੋਰ ਮਿਲਦੀ ਹੋਵੇ, ਗੁਰੂ ਪਦ ਮਿਲਦਾ ਹੋਵੇ ਅਤੇ ਹਰ ਬੰਦਾ ਚਾਹੁੰਦਾ ਹੈ ਕਿ ਉਹ ਮੈਨੂੰ ਪ੍ਰਾਪਤ ਹੋ ਜਾਵੇ। ਜਿਵੇਂ ਅਸੀਂ ਗੁਰ ਇਤਿਹਾਸ ਪੜ੍ਹਦੇ ਹੀ ਹਾਂ ਕਿ ਬਾਬਾ ਸ਼੍ਰੀ ਚੰਦ ਜੀ ਚਾਹੁੰਦੇ ਸਨ ਕਿ ਉਹਨਾਂ ਨੂੰ ਗੁਰਤਾ ਗੱਦੀ ਮਿਲੇ। ਬਾਬਾ ਦਾਤੂ ਅਤੇ ਬਾਬਾ ਦਾਸੂ ਜੀ ਤੋਂ ਚਾਹੁੰਦੇ ਸਨ ਗੁਰਤਾ ਗੱਦੀ ਮਿਲੇ। ਬਾਬਾ ਮੋਹਨ ਅਤੇ ਬਾਬਾ ਮੋਹਰੀ ਜੀ ਚਾਹੁੰਦੇ ਸਨ ਗੁਰਤਾ ਗੱਦੀ ਮਿਲੇ। ਬਾਬਾ ਪ੍ਰਿਥੀ ਚੰਦ ਚਾਹੁੰਦਾ ਸੀ ਗੁਰਤਾ ਗੱਦੀ ਮਿਲੇ। ਧੀਰਮਲ ਚਾਹੁੰਦਾ ਸੀ ਗੁਰਤਾ ਗੱਦੀ ਮਿਲੇ। ਰਾਮ ਰਾਏ ਚਾਹੁੰਦਾ ਸੀ ਗੁਰਤਾ ਗੱਦੀ ਮਿਲੇ। ਪਰ ਤਖਤ ਬਹਿ ਤਖਤੇ ਕੀ ਲਾਇਕ, ਜਿਹੜਾ ਯੋਗ ਸੀ ਗੁਰਤਾ ਗੱਦੀ ਉਸੇ ਹੀ ਮਨੁੱਖ ਨੂੰ ਪ੍ਰਾਪਤ ਹੋਈ। ਇਸ ਲਈ ਸਿੱਖੀ ਦਾਨ ਜਦੋਂ ਮੰਗਦੇ ਹਾਂ ਅਤੇ ਸਾਡੇ ਅੰਦਰ ਨਿਮਰਤਾ ਦੀ ਦਾਤ ਵੀ ਸਾਨੂੰ ਪ੍ਰਾਪਤ ਹੋਵੇ, ਇਹ ਵੀ ਅਸੀਂ ਗੁਰੂ ਦੇ ਪਾਸੋਂ ਮੰਗਣਾ ਹੈ। ਅੱਜ ਦਾ ਜੋ ਅਗਲਾ ਅੱਖਰ ਹੈ ਉਹ ਹੈ ਕੇਸਦਾਨ। ਕੇਸਾਂ ਦੀ ਸਿੱਖੀ ਦੇ ਅੰਦਰ ਕੀ ਮਹਾਨਤਾ ਹੈ ਜਾਂ ਕੀ ਮਹੱਤਤਾ ਹੈ, ਉਸ ਨੂੰ ਅਸੀਂ ਰਲ ਮਿਲ ਕਰਕੇ ਵਿਚਾਰਨਾ ਹੈ। ਅਸੀਂ ਪਿੱਛੇ ਇਤਿਹਾਸ ਵਿਚਾਰ ਕੇ ਆਏ ਹਾਂ ਕਿ ਸਿੱਖਾਂ ਨੇ ਸਿੱਖੀ ਨਹੀਂ ਛੱਡੀ, ਕੇਸ ਨਹੀਂ ਤਿਆਗੇ, ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ। ਭਾਈ ਤਾਰੂ ਸਿੰਘ ਜੀ ਵਰਗੇ ਸ਼ਹੀਦਾਂ ਨੇ ਆਪਣੀਆਂ ਰੰਬੀ ਦੇ ਨਾਲ ਖੋਪੜੀਆਂ ਉਤਰਵਾ ਲਈਆਂ, ਪਰ ਕੇਸ ਨਹੀਂ ਉਤਰਨ ਦਿੱਤੇ। ਕੇਸ ਜਿਹੜੇ ਕੇਵਲ ਸਾਡੇ ਧਰਮ ਦੇ ਹੀ ਨਹੀਂ, ਸਮੁੱਚੇ ਧਰਮਾਂ ਦੇ ਜਿਹੜੇ ਹਨ ਉਹ ਸਨਮਾਨਯੋਗ ਹਨ। ਅੱਜ ਕੱਲ੍ਹ ਭਾਵੇਂ ਇਹ ਅਲੱਗ ਵਿਸ਼ਾ ਹੈ ਕਿ ਸਿੱਖਾਂ ਨੇ ਹੀ ਕੇਵਲ ਕੇਸਾਂ ਨੂੰ ਸਾਂਭਿਆ ਹੈ, ਬਾਕੀ ਸਾਰੇ ਇਸ ਮਹੱਤਤਾ ਨੂੰ ਛੱਡ ਚੁੱਕੇ ਹਨ। ਅੱਜ ਵੀ ਤੁਸੀਂ ਹਰਿਦੁਆਰ ਜਾਓਗੇ, ਜਿਹੜੇ ਪੁਰਾਣੇ ਪੰਡਿਤ ਹਨ ਉਹ ਤੁਹਾਨੂੰ ਦਾੜੀ ਕੇਸਾਂ ਦੇ ਸਮੇਤ ਮਿਲਣਗੇ। ਮੁਹੰਮਦ ਸਾਹਿਬ ਹੋਏ ਹਨ ਮੁਸਲਮਾਨ ਪੈਗੰਬਰ, ਉਹਨਾਂ ਨੂੰ ਜਿਹੜਾ ਹੈ ਕੇਸਾਂ ਦੇ ਕਰਕੇ ਵੀ ਜਾਣਿਆ ਜਾਂਦਾ ਹੈ। ਉਹਨਾਂ ਨੂੰ ਕੇਸਾਂ ਦੇ ਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਜਾਂਦਿਆਂ ਉਹਨਾਂ ਨੂੰ ਗੇਸੂ ਕਿਹਾ ਜਾਂਦਾ ਸੀ, ਭਾਵ ਗੇਸੂ ਦਰਾਜ ਲੰਮੇ ਕੇਸਾਂ ਵਾਲਾ। ਕੁਝ ਸਮਾਂ ਪਹਿਲਾਂ 15-20 ਸਾਲ ਪਹਿਲਾਂ
ਮੁਹੰਮਦ ਸਾਹਿਬ ਦੇ 3 ਕੇਸ ਹਨ ਲੰਬੇ, ਜੋ ਜੰਮੂ ਕਸ਼ਮੀਰ ਦੀ ਕਿਸੇ ਮਸਜਿਦ ਦੇ ਵਿੱਚ ਸਾਂਭੇ ਪਏ ਹਨ। ਉਹਨਾਂ ਨੂੰ ਕਹਿੰਦੇ ਹਨ ਮੂਏ ਮੁਬਾਰਕ, ਅਤੇ ਉਹ ਚੋਰੀ ਹੋ ਗਏ ਸਨ। ਉਹ ਕੇਸ 3 ਹਨ ਕੇਵਲ, ਉਹ ਚੋਰੀ ਹੋਏ ਅਤੇ ਉਹਨਾਂ ਨੇ ਪੂਰਾ ਭਾਰਤ ਜਿਹੜਾ ਹੈ ਉਹ ਬਾਣੀ ਪਾਇਆ ਸੀ ਕਿ ਸਾਡੇ ਪੈਗੰਬਰ ਦੇ ਕੇਸ ਚੋਰੀ ਹੋਏ ਹਨ, ਅਤੇ ਜਿਹੜਾ ਕੇਸ ਸਾਨੂੰ ਲੱਭ ਕੇ ਲਿਆਵੇ ਦੇਵੇਗਾ ਉਸਨੂੰ ਅਸੀਂ ਯੋਗ ਇਨਾਮ ਵੀ ਦੇਵਾਂਗੇ। ਕਈ ਲੱਖਾਂ ਦੇ ਵਿੱਚ ਉਹਨਾਂ ਨੇ ਇਨਾਮ ਰੱਖਿਆ ਸੀ ਕੇਵਲ ਕੇਸਾਂ ਨੂੰ ਵਾਪਸ ਲਿਆਉਣ ਦੇ ਵਾਸਤੇ। ਕੇਸਾਂ ਦੀ ਕਿੱਡੀ ਮਹੱਤਤਾ ਹੋਵੇਗੀ। ਕੇਵਲ 3 ਕੇਸ ਹਨ, ਵਾਧੂ ਨਹੀਂ, ਪਰ ਉਹਨਾਂ ਨੂੰ ਵੀ ਪੂਰੀ ਹਿਫਾਜ਼ਤ ਦੇ ਨਾਲ ਉਹਨਾਂ ਨੇ ਸਾਂਭਿਆ ਹੋਇਆ ਹੈ। ਜਦੋਂ ਬੁੱਧ ਜੀ ਨੇ ਆਪਣਾ ਰਾਜ ਭਾਗ ਛੱਡ ਕੇ ਧਾਰਮਿਕ ਬਿਰਤੀ ਵਾਲੇ ਪਾਸੇ ਨੂੰ ਚੱਲੇ, ਅਤੇ ਪਹਿਲਾਂ ਉਹਨਾਂ ਨੇ ਆਪਣਾ ਰਾਜ ਭਾਗ ਛੱਡਿਆ ਅਤੇ ਨਾਲੇ ਆਪਣੇ ਕੇਸ ਵੀ ਪੁੱਟੇ। ਅੱਜ ਵੀ ਜੈਨ ਸਮਾਜ ਦੇ ਅੰਦਰ ਇੱਕ ਕਿਰਿਆ ਹੈ, ਜਦੋਂ ਉਸ ਅਵਸਥਾ ਦੇ ਵਿੱਚ ਜਾਇਆ ਜਾਂਦਾ ਹੈ ਅਤੇ ਆਪਣੇ ਹੱਥਾਂ ਦੇ ਨਾਲ ਆਪਣੇ ਕੇਸ ਪੁੱਟੇ ਜਾਂਦੇ ਹਨ, ਕੱਟੇ ਨਹੀਂ ਜਾਂਦੇ। ਪਰ ਜਦੋਂ ਗਿਆਨ ਪ੍ਰਾਪਤ ਹੋ ਗਿਆ ਸੀ ਬੁੱਧ ਜੀ ਨੂੰ, ਉਹਨਾਂ ਨੇ ਵੀ ਵਾਪਸ ਆ ਕੇ ਕੇਸ ਰੱਖ ਲਏ ਸਨ, ਦੁਬਾਰਾ ਤੋਂ ਕੇਸਾਂ ਧਾਰੀ ਹੋ ਗਏ ਸਨ। ਈਸਾ ਜੀ ਦੇ ਤੁਸੀਂ ਫੋਟੋਆਂ ਦੇਖ ਸਕਦੇ ਹੋ, ਉਹਨਾਂ ਦੇ ਵੀ ਕੇਸ ਹਨ, ਭਾਵੇਂ ਕਿ ਉਹਨਾਂ ਨੇ ਫੋਟੋ ਵਾਲਿਆਂ ਨੇ ਦਾੜ੍ਹੀ ਕੱਟ ਦਿੱਤੀ, ਪਰ ਉਹ ਵੀ ਕੇਸਾਂ ਦਾੜ੍ਹੀ ਵਾਲੇ ਸਨ। ਜਿੰਨੇ ਪੀਰ ਪੈਗੰਬਰ ਹੋਏ ਹਨ, ਸਾਧੂ ਹੋਏ ਹਨ, ਸਿੱਧ ਜਤੀ ਹੋਏ ਹਨ, ਜੋਗੀ ਹੋਏ ਹਨ, ਇਹ ਸਾਰੇ ਕੇਸਾਂ ਧਾਰੀ ਹਨ। ਮੈਂ ਵੀ ਇੱਕ ਵਾਰ ਸ਼ਿਵ ਜੀ ਦੀ ਦਾੜ੍ਹੀ ਵਾਲੀ ਜਿਹੜੀ ਹੈ ਫੋਟੋ ਦੇਖੀ ਹੈ। ਭਾਵ ਕੇਸ ਕੇਵਲ ਸਾਡੇ ਨਹੀਂ, ਸਾਰੇ ਹੀ ਧਰਮਾਂ ਦੇ ਵਾਸਤੇ ਸਤਿਕਾਰਯੋਗ ਹਨ। ਕੇਸਾਂ ਤੋਂ ਸਾਨੂੰ ਸ਼ਕਤੀ ਵੀ ਮਿਲਦੀ ਹੈ ਅਤੇ ਭਗਤੀ ਵੀ ਮਿਲਦੀ ਹੈ। ਗਿਆਨ ਪ੍ਰਾਪਤ ਹੋਇਆ ਅਤੇ ਉਹਨਾਂ ਨੇ ਕੇਸ ਰੱਖ ਲਏ। ਇੱਕ ਈਸਾਈਆਂ ਦੇ ਵਿੱਚ ਯੋਧਾ ਹੋਇਆ ਹੈ, ਸੈਮਸਨ ਨਾਂ ਦਾ ਯੋਧਾ। ਉਸਨੇ ਜਨਮ ਤੋਂ ਲੈ ਕੇ ਆਪਣੇ ਕੇਸ ਨਹੀਂ ਕੱਟੇ ਸਨ। ਜਿਨ੍ਹਾਂ ਦੇ ਨਾਲ ਈਸਾਈਆਂ ਦਾ ਜੰਗ ਚੱਲਦਾ ਸੀ, ਉਹ ਜਦੋਂ ਵੀ ਹਾਰਦੇ ਸਨ ਉਸ ਸੈਮਸਨ ਨਾਂ ਦੇ ਯੋਧੇ ਦੇ ਕੋਲੋਂ ਹਾਰ ਜਾਂਦੇ ਸਨ। ਉਸ ਦੇ ਵਿੱਚ ਇੰਨੀ ਤਾਕਤ ਸੀ, ਅਤੇ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਇਸ ਦੀ ਤਾਕਤ ਜਿਹੜੀ ਹੈ ਇਸ ਦੇ ਕੇਸਾਂ ਦੇ ਵਿੱਚ ਹੈ। ਐਡੀ ਹਿੰਮਤ ਕਿਸੇ ਦੀ ਨਹੀਂ ਸੀ ਕਿ ਉਹ ਜਾ ਕੇ ਸਿੱਧੇ ਤੌਰ 'ਤੇ ਸੈਮਸਨ ਦੇ ਜਿਹੜੇ ਕੇਸ ਹਨ ਉਹਨਾਂ ਨੂੰ ਕਤਲ ਕਰ ਦੇਵੇ, ਉਹਨਾਂ ਨੂੰ ਕੱਟ ਸੁੱਟੇ। ਅਤੇ ਉਹਨਾਂ ਨੇ ਪਹਿਲਾਂ ਉਸ ਸੈਮਸਨ ਯੋਧੇ ਨੂੰ ਇੱਕ ਇਸਤਰੀ ਦੇ ਪ੍ਰੇਮ ਜਾਲ ਦੇ ਵਿੱਚ ਫਸਾਇਆ। ਫਿਰ ਉਸ ਇਸਤਰੀ ਨੇ ਪ੍ਰੇਮ ਖੇਡ ਦੇ ਵਿੱਚ ਉਸ ਨੂੰ ਸ਼ਰਾਬ ਪਿਲਾਈ, ਅਤੇ ਸ਼ਰਾਬ ਪਿਲਾ ਕੇ ਉਸ ਦੇ ਸੁੱਤੇ ਪਏ ਦੇ ਕੇਸ ਕੱਟ ਦਿੱਤੇ ਸਨ। ਅਤੇ ਜਦੋਂ ਮੁੜ ਕੇ ਉਹ ਜੰਗ ਦੇ ਵਿੱਚ ਆਇਆ ਅਤੇ ਉਹ ਜੰਗ ਹਾਰ ਗਿਆ, ਮੁੜ ਕੇ ਉਸ ਨੂੰ ਕੈਦ ਕਰ ਲਿਆ ਗਿਆ। ਮਹੀਨੇ ਬਾਅਦ ਜਦੋਂ ਉਸ ਨੂੰ ਫਿਰ ਦੁਬਾਰਾ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਥੰਮਾਂ ਦੇ ਨਾਲ ਬੰਨ੍ਹਿਆ ਹੋਇਆ ਸੀ। 1 ਮਹੀਨੇ ਤੋਂ ਬਾਅਦ ਉਸ ਦੇ ਕੇਸ ਫਿਰ ਤੋਂ ਦੁਬਾਰਾ ਜਿਹੜੇ ਕਟਾਉਂਦੇ ਹਨ ਉਹਨਾਂ ਨੂੰ ਪਤਾ ਹੈ ਕਿ ਕੇਸ ਦੁਬਾਰਾ ਵਧਣੇ ਸ਼ੁਰੂ ਹੋ ਜਾਂਦੇ ਹਨ। ਕੁਛ ਕੇਸ ਉਸ ਦੇ ਸਿਰ 'ਤੇ ਆ ਗਏ ਸਨ, ਅਤੇ ਜਦੋਂ ਉਸ ਨੂੰ ਫਿਰ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਦੇ ਵਿੱਚ ਕੇਸਾਂ ਦੇ ਆਉਣ ਦੇ ਨਾਲ ਇੰਨੀ ਕੁ ਤਾਕਤ ਸੀ ਕਿ ਉਸਨੇ ਸੰਗਲਾਂ ਦੇ ਨਾਲ ਬੰਨ੍ਹੇ ਹੋਏ ਨੇ ਥੰਮਾਂ ਸਮੇਤ ਆਪਣੇ ਆਪ ਨੂੰ ਆਜ਼ਾਦ ਕੀਤਾ। ਥੰਮ ਤੋੜ ਕੇ ਉਹ ਆਜ਼ਾਦ ਹੋਇਆ ਅਤੇ ਮੁੜ ਕੇ ਉਸਨੇ ਜਿੱਤ ਪ੍ਰਾਪਤ ਕੀਤੀ ਸੀ। ਕੇਸਾਂ ਦੇ ਵਿੱਚ ਇੰਨੀ ਤਾਕਤ ਹੈ। ਇਹ ਕੇਵਲ ਅਸੀਂ ਦੂਸਰੇ ਧਰਮਾਂ ਦੀ ਗੱਲ ਕਰ ਰਹੇ ਹਾਂ। ਕੇਸਾਂ ਦੀ ਮਹੱਤਤਾ ਜੀਵਨ ਦੇ ਅੰਦਰ ਕਿੰਨੀ ਜ਼ਰੂਰੀ ਹੈ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਣਾ ਮੰਨਣ ਦੀ ਸਿੱਖਿਆ ਦਿੱਤੀ ਹੈ ਕਿ ਜੋ ਪ੍ਰਮਾਤਮਾ ਦੀ ਰਜ਼ਾ ਹੈ ਉਸ ਨੂੰ ਸੱਤ ਕਰਕੇ ਮੰਨਣਾ ਹੈ, ਅਤੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਸਾਨੂੰ ਕੇਸ ਪ੍ਰਾਪਤ ਹੋਏ ਹਨ। ਜੇ ਅਸੀਂ ਭਾਣਾ ਮੰਨਣਾ ਦਾ ਦਾਅਵਾ ਕਰਦੇ ਹਾਂ ਕਿ ਅਸੀਂ ਰਜ਼ਾ ਦੇ ਵਿੱਚ ਚੱਲ ਰਹੇ ਹਾਂ, ਕੇਸ ਨਹੀਂ ਰੱਖ ਰਹੇ, ਅਤੇ ਫਿਰ ਅਸੀਂ ਝੂਠ ਬੋਲ ਰਹੇ ਹਾਂ। ਕਿਉਂਕਿ ਕੇਸ ਵੀ ਤਾਂ ਰੱਬ ਦੀ ਦਿੱਤੀ ਹੋਈ ਦਾਤ ਹੈ, ਨਾ ਤਾਂ ਅਸੀਂ ਬੀਜੇ ਹਨ, ਨਾ ਕਿਤੋਂ ਬਾਹਰੋਂ ਲਗਵਾਏ ਹਨ। ਜਦੋਂ ਕੱਟਦੇ ਹਾਂ ਤਾਂ ਕੇਸ ਫਿਰ ਦੁਬਾਰਾ ਸਾਡੇ ਆਪਣੇ ਆਪ ਆਉਣੇ ਸ਼ੁਰੂ ਹੋ ਜਾਂਦੇ ਹਨ। ਸਰੀਰ ਦਾ ਕੋਈ ਹੋਰ ਅੰਗ ਨਹੀਂ ਇਹੋ ਜਿਹਾ
ਜਿਸ ਨੂੰ ਕੱਟਾਂਗੇ ਤੇ ਉਹ ਦੁਬਾਰਾ ਆ ਜਾਵੇ। ਕੇਵਲ ਕੇਸ ਹਨ ਜਿਹੜੇ ਕੱਟਾਂਗੇ ਤੇ ਉਹ ਦੁਬਾਰਾ ਆ ਜਾਂਦੇ ਹਨ। ਇਹ ਅਕਾਲ ਪੁਰਖ ਪਰਮਾਤਮਾ ਦੀ ਹੀ ਅਦੁੱਤੀ ਦੇਣ ਹੈ। ਇਸ ਦੇ ਵਿੱਚ ਉਸ ਦੀ ਕੋਈ ਰਜ਼ਾ ਹੋਵੇਗੀ ਜਿਸ ਦਾ ਸਾਨੂੰ ਲਾਭ ਹੋਵੇਗਾ। ਇਸ ਲਈ ਪਰਮਾਤਮਾ ਨੇ ਸਾਨੂੰ ਕੇਸਾਂ ਦੀ ਛਤਰੀ ਦਿੱਤੀ ਹੈ। ਅਤੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਗੁਰਬਾਣੀ ਦੇ ਵਿੱਚੋਂ ਅਕਾਲ ਪੁਰਖ ਪਰਮਾਤਮਾ ਦਾ ਇੱਕ ਰੂਪ ਪੜ੍ਹਨ ਨੂੰ ਮਿਲਦਾ ਹੈ। ਨਿਰਹਾਰੀ ਕੇਸ਼ਵ ਨਿਰਵੈਰਾ। ਕੇਸ਼ਵ ਤੋਂ ਭਾਵ ਹੈ ਲੰਬੇ ਕੇਸਾਂ ਵਾਲਾ, ਉਹ ਅਕਾਲ ਪੁਰਖ ਪਰਮਾਤਮਾ। ਨਿਰਵੈਰ ਭਾਵ ਜਿਹੜਾ ਵੈਰ ਤੋਂ ਰਹਿਤ ਹੈ। ਗੁਰਬਾਣੀ ਦੇ ਅੰਦਰੋਂ ਸਾਨੂੰ ਹੋਰ ਵੀ ਉਦਾਹਰਨਾਂ ਮਿਲਦੀਆਂ ਹਨ ਕਿ ਜੇ ਸਾਡੇ ਸਿਰ ਦੇ ਉੱਤੇ ਕੇਸ ਹੋਣਗੇ, ਸਾਡੇ ਮੂੰਹ 'ਤੇ ਦਾੜ੍ਹੀ ਹੋਵੇਗੀ, ਅਤੇ ਅਸੀਂ ਕਿਸੇ ਭਗਤ ਜਨ ਦੀ, ਗੁਰਮੁਖ ਜਨ ਦੀ ਸੇਵਾ ਵੀ ਕਰ ਸਕਦੇ ਹਾਂ। ਕੇਸਾਂ ਕਾ ਕਰ ਚਵਰ ਢੁਲਾਵਾਂ ਚਰਨ ਧੂੜ ਮੁਖ ਲਾਈ। ਜੇ ਕੇਸ ਹੋਣਗੇ ਤਾਂ ਹੀ ਤਾਂ ਚਵਰ ਕਰੇਗਾ, ਜੇ ਕੇਸ ਹੀ ਨਹੀਂ ਹੋਣਗੇ ਤਾਂ ਚਵਰ ਕਿਸ ਚੀਜ਼ ਦਾ ਬਣਾਏਗਾ। ਕੇਸਾਂ ਕਾ ਕਰ ਬੀਜਣਾ ਸੰਤ ਚੌਰ ਢੁਲਾਓ। ਕੇਸਾਂ ਦਾ ਚੌਰ ਬਣਾ ਕੇ ਮੈਂ ਸੰਤ ਜਨਾਂ ਦੇ ਉੱਤੇ ਚੌਰ ਕਰਨ ਦੀ ਸੇਵਾ ਕਰਾਂ। ਜਿਹੜਾ ਅਸੀਂ ਇਹ ਚੌਰ ਸਾਹਿਬ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਇਹ ਵੀ ਇੱਕ ਜਾਨਵਰ ਦੀ ਪੂਛ ਦੇ ਵਾਲ ਹਨ, ਭਾਵ ਇਹ ਵੀ ਕੇਸ ਹਨ। ਅਤੇ ਕੇਸਾਂ ਦੀ ਮਹੱਤਤਾ ਸਾਨੂੰ ਜਿਹੜੀ ਹੈ ਉਹ ਬਹੁਤ ਥਾਵਾਂ ਦੇ ਉੱਤੇ ਇਤਿਹਾਸ ਦੇ ਵਿੱਚੋਂ ਵੀ, ਗੁਰਬਾਣੀ ਦੇ ਵਿੱਚੋਂ ਵੀ ਮਿਲਦੀ ਹੈ ਕਿ ਗੁਰ ਕੇ ਚਰਨ ਕੇਸ ਸੰਗ ਝਾੜੇ। ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਦੇ ਨਾਲ ਮੈਂ ਝਾੜਨ ਦੀ ਸੇਵਾ ਕਰਾਂ। ਜਦੋਂ ਬਾਬਾ ਸ਼੍ਰੀ ਚੰਦ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਿਲਣ ਆਏ, ਉਹ ਨਾਰਾਜ਼ ਸਨ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ ਸੀ। ਅਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੋਏ, ਫਿਰ ਬਾਬਾ ਸ਼੍ਰੀ ਚੰਦ ਜੀ ਮਿਲਣ ਆਏ ਸਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ। ਸਾਰੇ ਹੀ ਗੁਰੂ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਲੰਬੀ ਜਿਹੜੀ ਦਾੜ੍ਹੀ ਹੈ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਹੈ। ਅਤੇ ਜਦੋਂ ਬਾਬਾ ਸ਼੍ਰੀ ਚੰਦ ਜੀ ਆਏ, ਬਹੁਤ ਸਤਿਕਾਰ ਕੀਤਾ ਗਿਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਸਨ, ਵੱਡੇ ਸਨ, ਔਰ ਕੇਵਲ ਪੁੱਤਰ ਹੀ ਨਹੀਂ ਸਨ, ਭਗਤੀ ਦੇ ਵੀ ਵਿੱਚ ਉਹ ਬਹੁਤ ਪਰਪੱਕ ਸਨ। ਭਗਤੀ ਵੀ ਬਾਬਾ ਸ਼੍ਰੀ ਚੰਦ ਜੀ ਬਹੁਤ ਕਰਦੇ ਸਨ। ਜੇ ਉਹ ਪਿੱਛੇ ਰਹੇ ਗੁਰਤਾ ਗੱਦੀ ਤੋਂ, ਤੇ ਕੇਵਲ ਗੁਰੂ ਦਾ ਬਚਨ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਜਿੱਥੇ ਬਾਬਾ ਸ਼੍ਰੀ ਚੰਦ ਜੀ ਜਿਸ ਪਲੰਘ 'ਤੇ ਬੈਠੇ ਸਨ, ਗੱਦੀ 'ਤੇ ਬੈਠੇ ਸਨ, ਉਹਨਾਂ ਦੇ ਸਾਹਮਣੇ ਜਾ ਕੇ ਬੈਠੇ ਅਤੇ ਆਪਣੀ ਦਾੜ੍ਹੀ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਕੇਸ ਸਾਫ਼ ਕਰਨੇ ਸ਼ੁਰੂ ਕਰ ਦਿੱਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ। ਅਤੇ ਨਾਲ ਬਚਨ ਬੋਲੇ ਕਿ ਤੁਹਾਡੇ ਵਰਗੇ ਗੁਰੂ ਪਿਆਰੇ ਗੁਰਸਿੱਖਾਂ ਦੇ ਚਰਨ ਸਾਫ਼ ਕਰਨ ਦੇ ਵਾਸਤੇ, ਤੁਹਾਡੇ ਗੁਰਸਿੱਖਾਂ ਦੇ ਚਰਨਾਂ ਦੀ ਸੇਵਾ ਪ੍ਰਾਪਤ ਕਰਨ ਦੇ ਵਾਸਤੇ ਇਹ ਦਾੜ੍ਹੀ ਵਧਾਈ ਹੈ। ਇਹ ਇਤਿਹਾਸਕ ਘਟਨਾ ਹੈ, ਇਤਿਹਾਸ ਦੇ ਵਿੱਚ ਲਿਖੀ ਹੋਈ ਹੈ। ਇੱਕ ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਿਮਰਤਾ, ਜਿਸ ਦੀ ਆਪਾਂ ਪਿੱਛੇ ਗੱਲ ਕੀਤੀ ਕਿ ਸਿੱਖੀ ਦੇ ਵਿੱਚ ਨਿਮਰਤਾ ਵੀ ਸਿਖਰ ਦੀ ਹੋਣੀ ਚਾਹੀਦੀ ਹੈ। ਅਤੇ ਦੂਸਰਾ ਕੇਸਾਂ ਦੀ ਮਹੱਤਤਾ, ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੇਸਾਂ ਦੀ ਮਹੱਤਤਾ ਦ੍ਰਿੜ ਕਰਵਾਈ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਪਹਿਲੀ ਵਾਰ ਉਦਾਸੀ 'ਤੇ ਚੱਲੇ ਭਾਈ ਮਰਦਾਨਾ ਜੀ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਸੀ ਕਿ ਜਦੋਂ ਮੇਰੇ ਨਾਲ ਜਾਣਾ ਹੈ ਤੇ ਕੇਸ ਨਹੀਂ ਕਟਵਾਉਣੇ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਕਿਹਾ ਸੀ ਕਿ ਜੇ ਮੇਰਾ ਉਮਰ ਭਰ ਦਾ ਸਾਥੀ ਬਣਨਾ ਹੈ, ਇੱਕ ਤਾਂ ਕੇਸ ਨਹੀਂ ਕਟਾਉਣੇ, ਦੂਜਾ ਅੰਮ੍ਰਿਤ ਵੇਲਾ ਨਹੀਂ ਖੁੰਝਾਉਣਾ, ਭਾਵ ਅੰਮ੍ਰਿਤ ਵੇਲਾ ਸੰਭਾਲਣਾ ਹੈ,
ਤੇ ਤੀਸਰਾ ਆਏ ਗਏ ਸਾਧੂ ਸੰਤਾਂ ਦੀ ਅਤਿਥੀਆਂ ਦੀ ਜਿਹੜੀ ਸੇਵਾ ਹੈ ਉਹ ਸ਼ਰਧਾ ਭਾਵਨਾ ਦੇ ਨਾਲ ਕਰਨੀ ਹੈ, ਕੇਵਲ ਖਾਨਾ ਪੂਰਤੀ ਦੇ ਨਾਲ ਨਹੀਂ ਕਰਨੀ। ਇਹ 3 ਬਚਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੋਲੇ ਸਨ। ਇਸ ਤੋਂ ਭਾਵ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਪ ਵੀ ਕੇਸਾਂਧਾਰੀ ਸਨ ਅਤੇ ਕੇਸ ਸਾਨੂੰ ਕੇਵਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਹੀ ਰੱਖਣੇ ਹਦਾਇਤ ਨਹੀਂ ਕੀਤੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਭਾਈ ਮਰਦਾਨਾ ਜੀ ਨੂੰ ਕੇਸ ਰੱਖਣ ਦੀ ਹਦਾਇਤ ਕੀਤੀ ਸੀ ਕਿ ਕੇਸ ਨਹੀਂ ਕਟਾਉਣੇ। ਧੰਨ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੇ ਸੇਵਕ ਆਨੰਦ ਲਾਲ ਪੁਰੀ ਨੂੰ ਕਿਹਾ ਸੀ ਕਿ ਕੇਸ ਨਹੀਂ ਕਟਾਉਣੇ, ਤੰਬਾਕੂ ਨਹੀਂ ਵਰਤਣਾ, ਟੋਪੀ ਨਹੀਂ ਪਹਿਨਣੀ। ਇੱਕ ਧੰਨ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦੇ ਬਚਨ ਹਨ। ਸਿੱਖੀ ਦੇ ਅੰਦਰ ਕੇਸਾਂ ਦੀ ਐਡੀ ਮਹੱਤਤਾ ਹੈ। ਭਾਈ ਤਾਰੂ ਸਿੰਘ ਜੀ ਦਾ ਅਸੀਂ ਜੀਵਨ ਪੜ੍ਹ ਕੇ ਆਏ ਹਾਂ ਕਿ ਉਹਨਾਂ ਨੇ ਕੇਸ ਨਹੀਂ ਕਟਵਾਏ, ਆਪਣੀ ਖੋਪਰੀ ਉਤਰਵਾ ਦਿੱਤੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਕੇਸ ਕਟਵਾ ਲਓ ਅਤੇ ਤੁਹਾਡੀ ਜਾਨ ਬਖਸ਼ੀ ਜਾਏਗੀ। ਉਹਨਾਂ ਨੇ ਕਿਹਾ ਸੀ ਮੈਂ ਆਪਣੀ ਜਾਨ ਦੇ ਦਿਆਂਗਾ, ਭਾਵੇਂ ਮੇਰਾ ਖੋਪਰ ਉਤਾਰ ਦਿਓ, ਪਰ ਮੇਰੇ ਕੇਸ ਤੁਸੀਂ ਨਹੀਂ ਕੱਟਣੇ। ਇਹ ਕੇਸਾਂ ਦੇ ਨਾਲ ਪਿਆਰ ਹੈ। ਇਸੇ ਲਈ ਜਦੋਂ ਅਸੀਂ ਅਰਦਾਸ ਦਾ ਤੀਸਰਾ ਪੈਰਾ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਇਹ ਕਹਿੰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਭਾਵ ਜੇ ਸਿੱਖੀ ਜ਼ਰੂਰੀ ਹੈ ਤਾਂ ਸਿੱਖੀ ਦੇ ਵਿੱਚ ਕੇਸ ਵੀ ਜ਼ਰੂਰੀ ਹਨ। ਇੱਕ ਸਾਨੂੰ ਭੁਲੇਖਾ ਪਾਇਆ ਜਾਂਦਾ ਹੈ ਸਹਿਜਧਾਰੀ ਦਾ ਅਤੇ ਅੰਮ੍ਰਿਤਧਾਰੀ ਦਾ। ਸਹਿਜਧਾਰੀ ਉਹ ਮਨੁੱਖ ਹੈ ਜਿਹੜਾ ਪਹਿਲਾਂ ਕੇਸ ਕੱਟਦਾ ਸੀ, ਹੁਣ ਉਹ ਅੰਮ੍ਰਿਤਧਾਰੀ ਹੋਣ ਵਾਲੇ ਪਾਸੇ ਨੂੰ ਚੱਲ ਰਿਹਾ ਹੈ। ਰਹਿਤ ਰੱਖਣੀ ਸ਼ੁਰੂ ਕਰ ਦਿੱਤੀ ਹੈ, ਕੇਸ ਰੱਖਣੇ ਸ਼ੁਰੂ ਕਰ ਦਿੱਤੇ ਹਨ। ਉਹ ਮਨੁੱਖ ਸਹਿਜਧਾਰੀ ਹੈ। ਜਿਹੜਾ ਕੇਵਲ ਗੁਰੂ ਘਰ ਮੱਥਾ ਟੇਕਣ ਆ ਰਿਹਾ ਹੈ, ਨਸ਼ੇ ਛੱਡ ਚੁੱਕਾ ਹੈ, ਪਰ ਕੇਸ ਕਟਾ ਰਿਹਾ ਹੈ, ਉਹ ਸਹਿਜਧਾਰੀ ਨਹੀਂ ਹੋ ਸਕਦਾ, ਕਿਉਂਕਿ ਉਸਨੇ ਮਰਿਆਦਾ ਤੇ ਮੰਨਣੀ ਸ਼ੁਰੂ ਹੀ ਨਹੀਂ ਕੀਤੀ। ਇਸੇ ਲਈ ਜਦੋਂ ਹੁਣ ਬੜਾ ਲੰਬਾ ਸਮਾਂ ਸ਼੍ਰੋਮਣੀ ਕਮੇਟੀ ਦਾ ਕੇਸ ਚੱਲਿਆ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਦੇ ਨਾਂ ਦਾ, ਅਤੇ ਉਹ ਸਹਿਜਧਾਰੀ ਦਾ ਜਿਹੜਾ ਕਾਲਮ ਸੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਵਿੱਚੋਂ ਹੁਣ ਹਟਾ ਦਿੱਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਵੋਟ ਕੇਵਲ ਉਸੇ ਮਨੁੱਖ ਦੀ ਹੋਵੇਗੀ ਜਿਹੜਾ ਹਰ ਸਿੱਖ ਦਾ ਲਾਜ਼ਮੀ ਹੈ। ਕੇਸਾਂ ਤੋਂ ਬਿਨਾਂ ਜਿਹੜਾ ਹੈ ਮਨੁੱਖ, ਸਭ ਤੋਂ ਵੱਡੀ ਗੱਲ ਕਿ ਮਨੁੱਖ ਹੀ ਨਹੀਂ ਲੱਗਦਾ। ਇੱਕ ਮੁਸਲਮਾਨ ਬੀਬੀਆਂ ਆਪ ਜੀ ਸਾਰੇ ਦੇਖਦੇ ਹੋ ਕਿ ਬੁਰਕਾ ਪਹਿਨਦੀਆਂ ਹਨ। ਇੱਕ ਬੀਬੀ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੀ ਸੀ, 3 ਜਾਣੇ ਦੂਸਰੀ ਸੀਟ 'ਤੇ ਹੋਰ ਬੈਠੇ ਹਨ। ਉਹਨਾਂ ਦੇ ਕੇਸ ਕੱਟੇ ਹੋਏ ਹਨ ਅਤੇ ਉਸ ਬੀਬੀ ਨੇ ਆਪਣਾ ਬੁਰਕਾ ਚੱਕਿਆ ਅਤੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ। ਲੰਮਾ ਸਮਾਂ ਇਸੇ ਤਰੀਕੇ ਦੇ ਨਾਲ ਉਹ ਸਫ਼ਰ ਕਰਦਿਆਂ ਕਿਤਾਬ ਪੜ੍ਹਦੀ ਰਹੀ। ਕਿਸੇ ਸਟੇਸ਼ਨ 'ਤੇ ਆ ਕੇ ਇੱਕ ਗੁਰਸਿੱਖ ਵੀਰ ਉਸ ਟ੍ਰੇਨ ਦੇ ਡੱਬੇ ਦੇ ਵਿੱਚ ਚੜ੍ਹਿਆ। ਉਸੇ ਹੀ ਖਾਨੇ ਦੇ ਵਿੱਚ ਜਾ ਕੇ ਜਦੋਂ ਬੈਠਾ ਅਤੇ ਉਸ ਸਿੱਖ ਨੂੰ ਆਉਂਦਿਆਂ ਦੇਖ ਕੇ ਉਸ ਬੀਬੀ ਨੇ ਕਿਤਾਬ ਪੜ੍ਹਨੀ ਬੰਦ ਕੀਤੀ ਅਤੇ ਆਪਣਾ ਬੁਰਕਾ ਮੂੰਹ ਦੇ ਉੱਤੇ ਲੈ ਕੇ ਆਪਣੀ ਸੀਟ ਦੇ ਉੱਤੇ ਬੈਠੀ ਰਹੀ। ਅਤੇ ਜਿਹੜੇ ਬਾਕੀ ਸਨ 3 ਪਹਿਲਾਂ ਬੈਠੇ, ਉਹਨਾਂ ਦੇ ਮਨ ਅੰਦਰ ਸਵਾਲ ਪੈਦਾ ਹੋਇਆ ਕਿ ਹੈ ਤਾਂ ਅਸੀਂ ਵੀ ਬੰਦੇ ਹੀ, ਪਰ ਸਾਨੂੰ ਦੇਖ ਕੇ ਇਸ ਨੇ ਕੋਈ ਹਰਕਤ ਨਹੀਂ ਕੀਤੀ, ਕੋਈ ਆਪਣਾ ਬੁਰਕਾ ਮੂੰਹ ਦੇ ਉੱਤੇ ਨਹੀਂ ਕੀਤਾ। ਪਰ ਜਦੋਂ ਇਹ ਸਿੱਖ ਆਇਆ ਅਤੇ ਇਸ ਨੇ ਆਪਣਾ ਬੁਰਕਾ ਮੂੰਹ ਦੇ ਉੱਤੇ ਕਰ ਲਿਆ ਅਤੇ ਕਿਤਾਬ ਪੜ੍ਹਨੀ ਛੱਡ ਕੇ ਚੁੱਪ-ਚਾਪ ਆਪਣੀ ਸੀਟ 'ਤੇ ਬੈਠ ਗਈ। ਅਤੇ ਉਹਨਾਂ ਨੇ ਜਦੋਂ ਉਸ ਮੁਸਲਮਾਨ ਬੀਬੀ ਨੂੰ ਪੁੱਛਿਆ ਅਤੇ ਉਸਨੇ ਇਹ ਜਵਾਬ ਦਿੱਤਾ ਸੀ ਕਿ ਤੁਸੀਂ ਮਰਦ ਲੱਗਦੇ ਹੀ ਨਹੀਂ, ਤੁਹਾਡੇ ਮੂੰਹ ਦੇ ਉੱਤੇ ਦਾੜ੍ਹੀ ਹੈ ਹੀ ਨਹੀਂ। ਇਸ ਤੋਂ ਭਾਵ ਹੈ ਕਿ ਧਰਮ ਕੋਈ ਵੀ ਹੋਵੇ, ਕੇਸਾਂ ਦੀ ਜਿਹੜੀ ਹੈ ਮਹੱਤਤਾ ਅਤੇ ਮਹਾਨਤਾ ਉਹ ਹਰ ਧਰਮ ਦੇ ਵਿੱਚ ਸਭ ਤੋਂ ਵੱਧ ਮੰਨੀ ਜਾਂਦੀ ਹੈ। ਇਸ ਲਈ ਗੁਰੂ ਚਰਨਾਂ ਦੇ ਵਿੱਚ ਇਹ ਅਰਦਾਸ ਕਰੀਏ
कि पातशाह जी सानू सिੱਖੀ दान भी दिओ, नाल केस दान भी दिओ, क्योंकि केस होएगी तो सिੱਖੀ प्रफुल्लित होएगी। जे असीं गुरु का बचन मन्नांगे तो सिੱਖੀ प्रफुल्लित होएगी। जे गुरु का बचन नहीं मन्नांगे, केवल सोहणे कपड़े पाउण दे नाल, धार्मिक कारज करके दिखाउण दे नाल असीं गुरु के प्यारे नहीं हो सकते। जीवन के अंदर बहुत सारियां घटनावां हुंदियां हन, सानू उन्हां घटनावां तो भी सिੱਖਿਆ ਲੈਣੀ ਚਾਹੀਦੀ है। ਸਾਡੇ ਨਾਲ कुछ हादसे वापरदे कह लो, ਜਾਂ कह लो चमत्कार ਹੁੰਦੇ ਹਨ। ਅਸੀਂ ਉਹਨਾਂ ਚਮਤਕਾਰਾਂ ਹਾਦਸਿਆਂ ਤੋਂ ਬਾਅਦ ਵੀ ਜੇ ਗੁਰੂ ਦੀ ਸਿੱਖੀ ਵੱਲ ਨੂੰ ਪ੍ਰੇਰਿਤ ਨਹੀਂ ਹੁੰਦੇ ਤੇ ਫਿਰ ਕਿਤੇ ਨਾ ਕਿਤੇ ਸਾਡੇ ਮਨ ਦੇ ਅੰਦਰ ਅਜੇ ਕਿਸੇ ਕੋਨੇ ਦੇ ਵਿੱਚ ਮੈਲ ਹੈ। ਗੁਰੂ ਦਾ ਬਚਨ ਮੰਨਣ ਤੋਂ ਇਨਕਾਰੀ ਸੀ ਹਾਂ। ਕਿਤੇ ਨਾ ਕਿਤੇ ਸਾਡੇ ਅੰਦਰ ਇਹ ਭਾਵਨਾ ਹੈ ਕਿ ਗੁਰੂ ਦਾ ਇਹ ਬਚਨ ਸਾਡੇ ਵਾਸਤੇ ਨਹੀਂ ਹੈ, ਅਸੀਂ ਗੁਰੂ ਦਾ ਇਹ ਬਚਨ ਨਹੀਂ ਮੰਨਣਾ। बहुत छोटे छोटे कारज होंदे हैं जीवन के अंदर, सानू लगता भी है कि गुरु ने साडे उत्ते किरपा की, जे गुरु की किरपा ना होंदी तो साडा ये कारज नहीं हो सकता। पर उस तो बाद भी सानू समझना पवेगा कि असीं फिर भी गुरु तो क्यों बेमुख होईए, फिर भी असीं क्यों गुरु की गल नूं ना मन्नीए। जे गुरु साडे उत्ते एडी किरपा कर रहा है, साडी औखे वेले बांह फड़ रहा है। सतगुर पातशाह जी किरपा रहमत करन साडे सारिਆਂ ਦੇ ਉੱਤੇ कि साडी भी जिहड़ी सिੱਖੀ है वो केसां सुआसां दे नाल निवे, साडे जीवन के अंदर भी गुरु की बख्शिश होवे। ते ये साडी अरदास होवे हर वेले कि पातशाह जी जे किते जाने अणजाणे दे विच साडे कोलों गलती हो रही है तो उस गलती नूं सुधारना भी तुसीं ही है, तुसीं ही किरपा करनी है। साडी उस गलती नूं खत्म करके साडी उस भुल नूं बख्श के सानू अपने चरनां दे नाल जोड़ना है, क्योंकि करन वाला केवल गुरु अते करतार है। बाकी असीं उद्यम कर सकते हैं, उस उद्यम नूं फल देना केवल गुरु के हत्थ ते अकाल पुरख परमात्मा के हत्थ है। इसलिए गुरु चरनां विच अरदास करिए ते अपने मन अंदर ये दृढ़ता लियाइए कि असीं केसां की बेअदबी नहीं करनी, चाहे कट के ते चाहे रंग के। रंगण वाला भी तनखाईया है, सिख रहत मर्यादा दे विच लिखिया होया है। जिहड़ा केस रंगदा है उसनूं भी पंज प्यारे साहबान दे सामने पेश हो के तनख्वाह लवाउणी पैंदी है, सज़ा लवाउणी पैंदी है, फिर दोबारा तो अमृत छकना पैंदा है। जिहड़ा दूसरे धर्म दा हो के केसां धारी होवे उसनूं वडियाई है, तो जिहड़ा सिखां दे घर जम के केसां की बेअदबी करे उसनूं पतित आख्या जाता है, उसनूं दरबार साहब तो कदे सरोपा नहीं मिल सकता। जे असीं सिखां दे बच्चे हाँ तो सिखां दे घर जन्म लैके असीं केस कटाए हैं, तो असीं जिड्डी मर्जी पैसे वाले हाँ, जिड्डी मर्जी वड्डी पदवी दे वारस हाँ, पर सानूं किसी भी तख्त तो सरोपे की बख्शिश नहीं मिल सकती। ये सिख रहत मर्यादा का सिद्धांत है। इसलिए गुरु चरनां विच अरदास करिए भाई कि केस सदा साडे शरीर दे नाल रहन, असीं कदे भी केसां की बेअदबी आप ना करिए। कुदरती भाणे दे विच कुछ हो जाए तो एक अलग गल है, पर आप जतन करके केस ना कटवाइए, ना भरवट्टे कटवाइए, ना केस रंगीए, किसी भी तरीके दे नाल केसां की बेअदबी ना करिए, तो साडे उत्ते गुरु की किरपा अपार होवेगी। होइयां गलतियां भुलां दी खिमा बख्शनी जी। इत्थे ही समाप्ति है। कल का जो अखर है वो है रहत दान। सिੱਖੀ जरूरी है, केस जरूरी है, तो रहनी भी साडी परपक्क होनी जरूरी है। इस दी विचार कल करांगे जी। वाहिगुरू जी का खालसा, वाहिगुरू जी की फतेह।